ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਲੈ ਕੇ ਜਿੱਥੇ ਬੀਤੇ ਦਿਨੀ ਰਾਜ ਦੀ ਕਾਂਗਰਸ ਸਰਕਾਰ ਵੱਲੋਂ ਮੰਥਨ ਕੀਤਾ ਗਿਆ, ਉੱਥੇ ਹੀ ਅੱਜ ਭਾਜਪਾ ਦੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਵੱਲੋਂ ਪਠਾਨਕੋਟ ਦਾ ਦੌਰਾ ਕਰਕੇ ਕੇਂਦਰ ਸਰਕਾਰ ਦੁਆਰਾ ਕਿਸਾਨਾਂ ਲਈ ਲਏ ਗਏ ਫੈਸਲੇ ਨੂੰ ਸਹੀ ਦੱਸਿਆ। ਉਹਨਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਤਿੰਨੇ ਕਾਨੂੰਨਾਂ ਵਿੱਚ ਕਿਸਾਨਾਂ ਦੀ ਫਸਲ ਦੀ MSP ਯਾਨੀ ਕਿ ਮਿਨੀਮਮ ਸਪੋਰਟ ਪ੍ਰਾਈਸ ਵਿੱਚ ਕਿਸੇ ਵੀ ਤਰੀਕੇ ਦੇ ਬਦਲਾਅ ਦੀ ਕੋਈ ਗੱਲ ਨਹੀਂ ਕੀਤੀ ਗਈ। ਉਹਨਾਂ ਨੇ ਕਿਹਾ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਆਉਣ ਤੋਂ ਬਾਅਦ ਡਾਕਟਰ ਮਨਮੋਹਨ ਸਿੰਘ ਵਾਲੀ ਕਾਂਗਰਸ ਸਰਕਾਰ 10 ਸਾਲ ਤੱਕ ਸੱਤਾ 'ਚ ਰਹੀ, ਪਰ ਕਾਂਗਰਸ ਨੇ ਇਸ ਨੂੰ ਲਾਗੂ ਨਹੀਂ ਕੀਤਾ। ਮੋਦੀ ਸਰਕਾਰ ਨੇ MSP ਨੂੰ ਲਾਗਤ ਮੁੱਲ ਨਾਲ ਜੋੜ ਕੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੀ ਮਹੱਤਵਪੂਰਨ ਸਿਫਾਰਿਸ਼ ਨੂੰ ਲਾਗੂ ਕੀਤਾ। ਭਾਰਤੀ ਜਨਤਾ ਪਾਰਟੀ MSP ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਕਾਂਗਰਸ ਨੇ ਖੁਦ ਸਭ ਤੋਂ ਜ਼ਿਆਦਾ ਫੈਡਰਲ ਸਟਰਕਚਰ ਨੂੰ ਨੁਕਸਾਨ ਪਹੁੰਚਾਇਆ ਹੈ। ਕਾਂਗਰਸ ਸਰਕਾਰ ਮੋਦੀ ਸਰਕਾਰ ਨੇ ਕਿਸਾਨਾਂ ਦੇ ਹੱਕ ਵਿੱਚ ਕਾਨੂੰਨ ਬਣਾਏ ਨੇ ਅਤੇ ਇਸ ਨਾਲ ਕਿਸੇ ਪ੍ਰਕਾਰ ਵੀ ਰਾਜ ਸਰਕਾਰ ਦੇ ਅਧਿਕਾਰਾਂ ਦੀ ਕੋਈ ਵੀ ਉਲੰਘਣਾ ਨਹੀਂ ਕੀਤੀ ਗਈ। ਉਹਨਾਂ ਨੇ ਕਿਹਾ ਕਿ ਇਹਨਾਂ ਤਿੰਨਾਂ ਕਾਨੂੰਨਾਂ ਦੇ ਜ਼ਿਆਦਾਤਰ ਪ੍ਰਾਵਧਾਨਾਂ ਨੂੰ ਕੈਪਟਨ ਸਰਕਾਰ 2017 ਵਿੱਚ ਆਪਣੇ ਮੰਡੀ ਐਕਟ ਵਿੱਚ ਬਦਲਾਅ ਕਰਕੇ ਪਹਿਲਾਂ ਹੀ ਪੰਜਾਬ 'ਚ ਲਾਗੂ ਕਰ ਚੁੱਕੀ ਹੈ। ਇਸ ਲਈ ਹੁਣ ਕਾਂਗਰਸ ਇਸ ਤੇ ਰਾਜਨੀਤੀ ਕਰਕੇ ਕਿਸਾਨਾਂ ਨੂੰ ਗੁੰਮਰਾਹ ਨਾ ਕਰੇ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਸਮੇਤ ਸਾਰੇ ਨੇਤਾਵਾਂ ਨੂੰ ਰਾਜਨੀਤਿਕ ਸਵਾਰਥ ਤੋਂ ਉੱਪਰ ਉੱਠ ਕੇ ਕਾਨੂੰਨਾਂ ਦਾ ਸਮਰਥਨ ਕਰਨਾ ਚਾਹੀਦਾ। ਉਹਨਾਂ ਇਹ ਵੀ ਕਿਹਾ ਕਿ ਭਾਜਪਾ ਪੰਜਾਬ ਜਲਦੀ ਕਿਸਾਨਾਂ ਨੂੰ ਇਸ ਦੇ ਬਾਰੇ ਜਾਗਰੂਕ ਕਰਨ ਲਈ ਇੱਕ ਅਭਿਆਨ ਚਲਾਏਗੀ। ਅਸੀਂ ਕਈ ਹਾਲਾਤ ਨੇ ਐਸੇ ਸਾਹਮਣੇ ਆਏ ਨੇ ਜਿਨ੍ਹਾਂ ਦੀਆਂ ਦੇਖਦੇ ਹੋਏ, ਪਰ ਹਰ ਚੀਜ਼ ਕੇਂਦਰ ਕੋਲੋਂ ਹੀ ਮੰਗੀ ਜਾਂਦੀ ਹੈ। ਇੱਥੇ ਆਪਦਾ ਆਈ ਤਾਂ ਅਨਾਜ ਦਾ ਭੰਡਾਰਨ ਜਿਹੜਾ ਹੁਣ ਨਵੰਬਰ ਤੱਕ ਕਰ ਦਿੱਤਾ, ਉਹ ਸੂਬਾ ਸਰਕਾਰ ਲਵੇ। ਅੱਜ ਜੇ 1 ਲੀਟਰ ਦੇ ਉੱਤੇ 35 ਰੁਪਏ ਦੇ ਲਗਭਗ ਟੈਕਸ ਸੂਬਾ ਸਰਕਾਰ ਲਵੇ। ਔਰ ਜਿਹੜੇ ਰੌਲਾ ਪਾਉਣ ਡਏ ਆ, ਜਿਹਨਾਂ ਨੇ ਕਿਸਾਨੀ ਦੇ ਹਰ ਚੀਜ਼ ਤੁਸੀਂ ਕੇਂਦਰ ਕੋਲੋਂ ਹੀ ਮੰਗ ਰਹੇ ਆ, ਪਰ ਟੈਕਸ ਤੁਸੀਂ ਵਧਾ ਰਹੇ ਆ, ਤਾਂ ਸੂਬਾ ਸਰਕਾਰ ਜਿਹੜੀ ਆ ਉਹਦੇ 'ਚ ਆਪਣੇ ਟੈਕਸ ਕਿਉਂ ਨਹੀਂ ਘਟਾਉਂਦੀ? ਅਗਰ ਜੇ ਇਹੀ ਮਾਰ ਪੰਜਾਬ 'ਚ ਪਈ ਆ ਤੇ ਹਿਮਾਚਲ 'ਚ ਵੀ ਹੈ। ਹਿਮਾਚਲ 'ਚ 4 ਰੁਪਏ ਸਸਤਾ ਆ, ਉਹ ਕਿਉਂ ਨਹੀਂ ਦੇ ਸਕਦੇ? ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਰੌਲਾ ਪਾਉਣਾ ਸੌਖਾ ਹੈ, ਪਰ ਜਿੱਥੇ ਉਹਨਾਂ ਦਾ ਆਪਣਾ ਕਰਤੱਵ ਆ ਪੰਜਾਬ ਸੂਬਾ ਸਰਕਾਰ ਦਾ ਰੌਲਾ ਪਾਉਣ ਵਾਲਿਆਂ ਦਾ, ਉੱਥੇ ਉਹਨਾਂ ਨੂੰ ਆਪਣਾ ਕਰਤੱਵ ਨਿਭਾਉਣਾ ਚਾਹੀਦਾ। ਔਰ ਜਿਹੜਾ 35 ਰੁਪਏ ਦੀ ਬਜਾਏ ਜੇ ਉਹ 25 ਰੁਪਏ ਟੈਕਸ ਲੈ ਲੈਣਗੇ ਤੇ ਕਿਸਾਨ ਨੂੰ ਜਿਹੜੀ 10 ਰੁਪਏ ਜਿਹੜੀ ਉਹ ਰਾਹਤ ਮਿਲ ਸਕਦੀ ਹੈ, ਪਰ ਨੀਅਤ ਹੋਣੀ ਚਾਹੀਦੀ ਹੈ। ਸੂਬਾ ਸਰਕਾਰ ਦੀ ਨੀਅਤ ਨਹੀਂ ਹੈ, ਇਸ ਕਰਕੇ ਅਗਰ ਚਾਹੇ ਤਾਂ ਸੂਬਾ ਸਰਕਾਰ ਉਹਦੇ ਰੇਟ ਘਟਾ ਦੇ। मैं पहला ही दस चुका कि वो गुमराहकुन प्रदर्शन कर रहे। मेरी पहला शुरुआत ही की कि जेडे आम आदमी पार्टी है चाहे कांग्रेस पार्टी है, वो सिर्फ तो सिर्फ गुमराह किया जा रहा। किसानों को तुहाडी लुट लिया, तुहाडा फलाना कर लिया। और हकीकत जिहड़ा मैं कहना कि इन्हां एक्ट नूं तिन्नां नूं अगर पढ़ लैण तो कोई भी ऐसा किसान नहीं होएगा पढ़िया लिखिया जिहड़ा इहनूं समझ लेगा कि जिहड़ा ये कहेगा कि जिहड़ा गलत है। पर क्योंकि उन्होंने हले तक लोगों के उत्ते गुमराहकुन ही जिन्ना भी प्रचार किया हले तक, मैनू एक मिनट उन्होंने भी प्रचार हले किया गुमराह किया। और गुमराहकुन करके ही चाहे वो किसानों के भी जी कर्जे माफ़ कर देना सी, नौकरी देना सी, सारा गुमराहकुन ही सी। पर हकीकत कितने है? और यही जी गुनाह प्रचार जोड़े गुमराह प्रचार जोड़ा सी वो करके धरना प्रदर्शन कर रहे। हकीकत दे विच वो अपनियां गलतियां नूं, अपनियां कमजोरियां नूं लुकाउण दी कोशिश कर रहे। और असीं अज तुहाडे कोल यही करन लई इत्थे बैठे हाँ कि भारतीय जनता पार्टी, क्योंकि लॉकडाउन दे विच असीं कोई होर उपर नहीं कर सकते, तुहाडी मदद इसे करके लै रहे कि लोगों तक सही जानकारी साडी पहुँचा दे। और असीं उन्हां दे गुमराहकुन जिहड़े आ प्रचार का जवाब देण लई हर जगह बैठे। ऐसा कली मक्की नहीं, बहुत सारिया फसलें ऐसिया जिहड़ियां पिछले काफ़ी लंबे समय तो ही असीं अध्ययन करते आए हैं कि सरकार MSP मैं पहले जो शुरू की थी, तुसीं शायद नहीं सुनिया कि सरकार जो MSP तय कर दिंदी है, पर जो मंडी 'च जाती फसल उस वेले जो किसान जोड़ा मुल नहीं दिता मिलता। और ये इस साल का नहीं, ये पिछले 15-20 सालों का इतिहास है। जो कांग्रेस की सरकार सी उदों भी या पुराना भी सरकार सी कि जिहड़ी कणक झोना की सीधी खरीद कर लेंदी सरकार, उस तो इलावा जिहदे भी MSP तय करती है वो किसान नूं मंडी का मुल नहीं मिलता। और इन्हां तिन्नां ऑर्डीनेंस का मतलब ही ये है कि किसान नूं अगर वो कहता कि नहीं
ਕਿ ਮੈਂ ਤਾਂ ਜੀ ਇੰਨੇ ਖਰੀਦੂੰਗਾ, ਕਿਉਂਕਿ ਉਹਦੇ ਤੇ ਮੰਡੀ ਐਕਟ ਲਗਾਇਆ ਸੀ। ਹੁਣ ਮੰਡੀ ਐਕਟ ਤੋਂ ਮੁਕਤ ਹੋ ਗਿਆ। ਉਹਦੀ ਇੱਛਾ ਆ ਕਿ ਮੰਡੀ 'ਚ ਵੇਚਣੀ ਹੈ, ਉਹਦੀ ਇੱਛਾ ਹੈ ਉਹਨੇ ਘਰ ਸਟੋਰ ਕਰਨੀ, ਉਹਦੀ ਇੱਛਾ ਹੈ ਕਿ ਉਹਨੇ ਫਲਾਣੇ ਨੂੰ ਵੇਚਣੀ ਹੈ, ਉਹਦੀ ਇੱਛਾ ਹੈ ਉਹਨੇ ਐਕਸਪੋਰਟ ਕਰਨੀ ਹੈ, ਉਹਨੇ ਐਕਸਪੋਰਟਰ ਨੂੰ ਦੇਣੀ, ਇੰਪੋਰਟਰ ਨੂੰ, ਪ੍ਰੋਸੈਸਰ ਨੂੰ ਦੇਣੀ ਹੈ, ਕਿਹਨੂੰ ਦੇਣੀ ਹੈ, ਇਹ ਉਹਦੀ ਇੱਛਾ ਆ ਗਈ, ਜਿਹੜੀ ਪਹਿਲਾਂ ਨਹੀਂ ਸੀ। ਅੱਜ ਦੀ ਡੇਟ ਦੇ ਵਿੱਚ MSP ਤੋਂ ਥੱਲੇ ਕੋਈ ਵੀ ਉਹ ਵੇਚ ਨਹੀਂ ਪਾਏਗਾ, ਔਰ ਮੰਡੀ ਓਪਨ ਦੇ ਵਿੱਚ ਵੀ ਵੇਚ ਦੇਗਾ। ਔਰ ਪ੍ਰਾਈਵੇਟ ਵੀ ਜਿਹੜਾ ਖਰੀਦਦਾ ਸੀ, ਅਸੀਂ ਝੋਨੇ 'ਚ ਖਾਸ ਕਰਕੇ ਦੇਖਿਆ, ਝੋਨੇ ਵਿੱਚ ਲੈ ਜਾਂਦੇ ਸੀ ਪਰ ਸਾਲ 6-6 ਮਹੀਨੇ ਪੇਮੈਂਟ ਹੀ ਨਹੀਂ ਸੀ ਆਉਂਦੀ। ਪਰ ਹੁਣ ਇਹਦੇ 'ਚ ਇਹ ਵੀ ਤੈਅ ਕੀਤਾ ਕਿ ਤੀਸਰੇ ਦਿਨ ਉਹਨੂੰ ਪੇਮੈਂਟ ਦੇਣੀ ਹੀ ਪੈਣੀ ਹੈ। ਸੋ ਇਸ ਕਰਕੇ ਇਹ ਐਕਟ ਜਿਹੜਾ ਆ ਕਿਸਾਨਾਂ ਦੇ ਹਿੱਤ ਦੇ ਵਿੱਚ, ਜੇ ਝੋਨਾ ਵੀ 800 ਤੋਂ 1100 ਰੁਪਏ ਜੇ ਉਹ ਖਰੀਦਦਾ ਹੈਗਾ ਪ੍ਰਾਈਵੇਟੇਸ਼ਨ ਤਾਂ ਕਿਸਾਨ ਦਾ ਰੋਲ ਦੋਗੇ। ਇਹੀ ਇੱਕ ਗੁੰਮਰਾਹਕੁਨ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਕਿ ਕਿਸਾਨ ਜਿਹੜਾ MSP ਜਿਹੜੀ ਆ ਉਹ ਐਜ਼ ਇਟ ਇਜ਼ ਹੈ MSP ਵਿੱਚ, ਪਰ ਜੇ MSP ਤੋਂ ਵੱਧ ਕਿਸਾਨ ਨੂੰ ਜਿਹੜੀ ਕਿਤੇ ਮਿਲਦਾ ਹੈ, ਜੇ ਅਸੀਂ 1800 ਰੁਪਏ ਤੈਅ ਕਰ ਦਿੱਤਾ ਮੰਡੀ ਦਾ ਭਾਅ, ਤੇ ਜੇ ਉਹਨੂੰ 2100 ਮਿਲਦਾ ਹੈ ਤਾਂ ਉਹ ਆਪਣੀ ਵੇਚਣ ਦੇ ਵਿੱਚ ਉਹ ਆਜ਼ਾਦ ਆ। ਪਹਿਲਾਂ ਉਹ ਐਸਾ ਨਹੀਂ ਸੀ। ਮੇਰੀ ਗੱਲ ਕਲੀਅਰ ਹੋ ਗਈ ਨਾ, ਕਿ ਐਸਾ ਕਿਤੇ ਨਹੀਂ ਕਿ MSP ਤੋਂ ਘੱਟ ਵੇਚੇਗਾ। MSP ਤਾਂ ਮੰਡੀ ਦੇ ਵਿੱਚ ਹੈ ਹੀ ਹੈ, ਪਰ ਜੇ ਕਿਸਾਨ ਨੂੰ MSP ਤੋਂ ਵੱਧ ਪੈਸਾ ਮਿਲਦਾ ਹੈ ਤੇ ਉਹ ਆਪਣਾ ਜਿਹੜਾ ਮੰਡੀ ਦੇ ਵਿੱਚ ਆਪਣੀ ਕਿਸੇ ਵੀ ਓਪਨ ਮਾਰਕੀਟ 'ਚ ਵੇਚ ਸਕਦਾ। ਕਿੱਥੇ ਸਟੈਂਡ ਕਰਦਾ ਤੁਹਾਡਾ? ਪਹਿਲਾਂ ਮੈਂ ਕਿਹਾ ਸੀ ਕਿ ਪਹਿਲਾਂ ਵੀ ਇਹ ਅੱਜ ਦੀ ਵਿਵਸਥਾ ਨਹੀਂ, ਇਹ ਪੁਰਾਣੀ ਵਿਵਸਥਾ ਜਿਹੜੀ ਸਵਾਏ ਇੱਕ ਕਣਕ ਔਰ ਝੋਨੇ ਤੋਂ ਇਲਾਵਾ ਹੋਰ ਕੁਝ ਨਹੀਂ ਸੀ ਖਰੀਦੀ, ਪਰ ਬਾਕੀ ਸਾਰੀਆਂ ਵਿਵਸਥਾਵਾਂ ਐਜ਼ ਇਟ ਇਜ਼। ਪਰ ਇਹਦੇ ਵਿੱਚ ਇਸੇ ਕਰਕੇ ਕਿਹਾ ਕਿ ਪਹਿਲਾਂ ਮੱਕੀ ਜਿਹੜੀ ਸੀ ਕਿਸਾਨ ਮੰਡੀ ਤੋਂ ਬਾਹਰ ਲਿਜਾ ਹੀ ਨਹੀਂ ਸੀ ਸਕਦਾ, ਉਹਨੂੰ ਮੰਡੀ 'ਚ ਹੀ ਵੇਚਣੀ ਪੈਂਦੀ, ਉਹ ਮਜਬੂਰੀ ਸੀ। ਅੱਜ ਉਹ ਚਾਹੇ ਕਿ ਮੈਨੂੰ ਕਲਕੱਤੇ 'ਚ ਰੇਟ ਮੰਡੀ ਦਾ ਜ਼ਿਆਦਾ ਆ, ਉਹ ਇੱਥੋਂ ਬੈਠਾ ਕਲਕੱਤੇ ਦੀ ਮੰਡੀ ਨਾਲ ਕੰਟੈਕਟ ਕਰ ਸਕਦਾ। ਇੱਥੋਂ ਬੈਠਾ ਜੇ ਉਹਨੂੰ ਕਹੇ ਕਿ ਮੈਨੂੰ ਫਲਾਣੇ ਦੇਸ਼ ਦੇ ਵਿੱਚ ਐਕਸਪੋਰਟ ਦੇ ਵਿੱਚ ਮੈਨੂੰ ਰੇਟ ਜ਼ਿਆਦਾ ਮਿਲਦਾ, ਔਰ ਉਹ ਆਪਣਾ ਉੱਥੇ ਵੀ ਵੇਚ ਸਕਦਾ। ਸਰਕਾਰ ਆਪਣੇ MSP ਦਾ ਜਿਹੜਾ ਰੇਟ ਤੈਅ ਕੀਤਾ ਹੈ ਉਸ ਤੋਂ ਵੱਧ ਜਿਹੜਾ ਖਰੀਦਣ ਦੇ ਲਈ ਉੱਥੇ ਹੁੰਦੀ ਹੈ, ਔਰ ਉਸ ਤੋਂ ਬਾਅਦ ਅਗਰ ਉਹਨੂੰ ਓਪਨ ਮਾਰਕੀਟ 'ਚ ਮਿਲਦਾ ਤੇ ਉਹ ਜਿਹੜਾ ਕਿਸਾਨ ਵੇਚ ਸਕਦਾ, ਜਿਹੜਾ ਕਿ ਪਹਿਲਾਂ ਮੰਡੀ ਤੋਂ ਇਲਾਵਾ ਬਾਹਰ ਵੇਚ ਹੀ ਨਹੀਂ ਸੀ ਸਕਦਾ। ਮੱਕੀ ਦੀ ਸਮੱਸਿਆ ਹੀ ਇਹ ਸੀ, ਜਾਂ ਬਾਕੀ ਜਿਹੜਾ ਇਕੱਲੀ ਮੱਕੀ ਨਹੀਂ, ਸੂਰਜਮੁਖੀ ਜਾਂ ਹੋਰ ਬਹੁਤ ਸਾਰੀਆਂ ਦਾਲਾਂ ਸੀ, ਇਹ ਸਾਰੀਆਂ ਫਸਲਾਂ ਦੇ ਉੱਤੇ ਇਹ ਸਮੱਸਿਆ ਆਉਂਦੀ ਸੀ। ਪਰ ਹੁਣ ਇਸ ਐਕਟ ਦੇ ਨਾਲ ਕਿਸਾਨਾਂ ਨੂੰ ਇਹ ਸੁਵਿਧਾ ਮਿਲੇਗੀ। ਅਗਰ ਤੁਸੀਂ ਇਸ ਨੂੰ ਬਹੁਤ ਤਫਸੀਲ ਨਾਲ ਪੜ੍ਹੋਗੇ ਤਾਂ ਤੁਹਾਨੂੰ ਇਹ ਲੱਗੇਗਾ ਕਿ ਕਿਸਾਨਾਂ ਦੇ ਹਿੱਤ ਦੇ ਵਿੱਚ ਇਹ ਗਰਾਊਂਡ ਰਿਐਲਿਟੀ ਕਿਸਾਨਾਂ ਨੂੰ ਸਮਝ ਨਹੀਂ ਆ ਰਹੀ ਹੈਗੀ ਆਰਡੀਨੈਂਸ ਦੀ। ਗਰਾਊਂਡ ਸਾਡੇ ਕੋਲ ਇਸੇ ਕਰਕੇ ਆਏ ਕਿ ਗਰਾਊਂਡ ਰਿਐਲਿਟੀ ਜਿਹੜੀ ਹੈਗੀ ਹੈ, ਕਿਸਾਨ ਕਹਿੰਦਾ ਹੈ ਕਿ ਮੈਂ ਆਪਣਾ ਕਣਕ ਝੋਨਾ ਵੇਚਣਾ, ਮੈਨੂੰ ਨਜ਼ਦੀਕ ਕਿਹੜੀ ਮੰਡੀ ਪੈਂਦੀ ਹੈਗੀ ਹੈ, ਮੈਂ ਉੱਥੇ ਵੇਚ ਦੇਣਾ ਹੈਗਾ। ਠੀਕ ਹੈ, ਤੁਸੀਂ ਕਿਹਾ ਮੱਕੀ ਤੇ ਕਲਕੱਤੇ ਵੀ ਵੇਚ ਸਕਦਾ ਉਹ ਜਾ ਕੇ, ਨਜ਼ਦੀਕ ਮੰਡੀ 'ਚ ਤਾਂ ਵਿਕਦੀ ਨਹੀਂ ਉਹਦੀ, ਕਲਕੱਤੇ ਕਿੱਥੋਂ ਵੇਚ ਲੂਗਾ? ਐਸਾ ਨਹੀਂ ਹੈ ਜਿਹੜਾ ਹੈਗਾ। ਅਰੇ ਬਈ ਮੈਂ ਇਹੀ ਦੱਸਣਾ ਚਾਹੁੰਦਾ, ਤੁਸੀਂ ਮੇਰੀ ਗੱਲ ਹੱਲੇ ਤੱਕ ਨਹੀਂ ਸਮਝੇ, ਤੁਹਾਨੂੰ ਮੈਂ ਬੜੇ ਡਿਟੇਲ 'ਚ ਆ ਜਾਂਦੇ ਆ। ਮੈਂ ਡਿਟੇਲ 'ਚ ਇਹੀ ਸਮਝਾਉਣ ਦੀ ਗੱਲ ਕੀਤੀ ਕਿ ਜਿਹੜੀ ਮੰਡੀ ਦੇ ਵਿੱਚ ਫਸਲ ਸੀਗੀ ਉਹਦੀ ਪਹਿਲਾਂ ਮਜਬੂਰੀ ਸੀ, ਮੰਡੀ ਤੋਂ ਬਾਹਰ ਵੇਚ ਨਹੀਂ ਸੀ ਸਕਦਾ। ਅੱਜ ਟ੍ਰੇਡਿੰਗ ਨੇ ਤੁਹਾਨੂੰ ਦੁਨੀਆ ਮੁੱਠੀ 'ਚ ਕਰਤੀ ਆ ਕਿ ਤੁਹਾਡੇ ਕੋਲ ਪੂਰੀ ਦੁਨੀਆ ਦੇ ਵਿੱਚ ਬੈਠਾ ਹੈ। ਔਰ ਪਹਿਲਾਂ ਕੀ ਸੀ ਕਿ ਉਹਨੂੰ ਲਿਜਾਣ ਲੱਗਾ, ਪਹਿਲਾਂ ਇਹ ਪਤਾ ਸੀ ਕਿ ਮੈਨੂੰ ਉੱਥੇ ਵੀ ਟੈਕਸ ਦੇਣਾ ਪੈਣਾ, ਮੈਨੂੰ ਉਸ ਸਟੇਟ 'ਚ ਵੀ ਜਾ ਕੇ ਟੈਕਸ ਦੇਣਾ ਪੈਣਾ। ਉਹ ਸਾਰੇ ਟੈਕਸ ਫ੍ਰੀ ਕਰ ਦਿੱਤੇ। ਇਸੇ ਕਰਕੇ ਕੀਤਾ ਕਿ ਕਿਸਾਨ ਆਪਣੀ ਚਾਹੇ ਕਿ ਉਹ ਕਹਿੰਦਾ ਵੀ ਮੈਂ ਤਾਂ ਇੱਥੇ ਵੇਚਣੀ, ਅਸੀਂ ਉਹਨੂੰ ਰੋਕ ਨਹੀਂ ਸਕਦੇ। ਪਰ ਕਿਸਾਨ ਆਪਣਾ ਫਾਇਦਾ ਲੈਣਾ ਚਾਹੇ, ਅਸੀਂ ਇਹ ਐਕਟ ਉਹਦੇ ਵਾਸਤੇ ਹੈ ਕਿ ਕਿਸਾਨ ਆਪਣਾ ਫਾਇਦਾ ਲੈਣਾ ਚਾਹੇ ਤਾਂ ਉਹਦੇ ਲਈ ਬਹੁਤ ਸਾਰੀਆਂ ਸੁਵਿਧਾਵਾਂ ਸਰਕਾਰ ਨੇ ਉਪਲਬਧ ਕਰਾਤੀਆਂ ਇਤਨਾ ਆਰਡੀਨੈਂਸ ਦੇ ਮੁਤਾਬਿਕ। ਉਹਦੇ ਲਈ ਬਿਨਾਂ ਵਿਆਜ ਦੇ ਉਹਨਾਂ ਨੂੰ ਪੈਸੇ ਕਿੱਥੋਂ ਲੈਂਦਾ ਇਹਦੇ ਤੇ ਮੈਂ ਨਹੀਂ ਜਾ ਸਕਦਾ, ਪਰ ਇਹ ਜ਼ਰੂਰ ਕਹਿ ਸਕਦਾ ਕਿ ਕਿਸਾਨਾਂ ਨੂੰ 3 ਲੱਖ ਰੁਪਏ ਤੱਕ 3% ਦੇ ਰੇਟ ਦੇ ਨਾਲ ਸਰਕਾਰ ਨੇ ਲੋਨ ਪ੍ਰੋਵਾਈਡ ਕਰਵਾਏ ਆ। ਔਰ ਇਸ ਤੋਂ ਸਸਤਾ ਦੁਨੀਆ ਦੇ ਵਿੱਚ ਕਿਤੇ ਕਰਜ਼ਾ ਨਹੀਂ ਹੈ। ਇਸ ਕਰਕੇ ਅਸੀਂ ਉਹਨਾਂ ਨੂੰ ਮੰਨ ਲਓ ਕਿਸੇ ਦੇ ਸ਼ਾਹੂਕਾਰੀ ਵਿਆਜ ਤੋਂ ਮੁਕਤ ਕਰਨ ਦੇ ਲਈ ਇਹ ਸਰਕਾਰ ਨੇ ਵੀ ਆਰਡੀਨੈਂਸ। ਗਰਾਊਂਡ 'ਚ ਤਾਂ ਮੁਕਤ ਨਹੀਂ ਹੋਏ ਸੰਪਲਾ ਜੀ, ਗਰਾਊਂਡ 'ਚ ਤਾਂ ਹਜੇ ਵੀ ਤੁਸੀਂ ਬੈਂਕਾਂ ਤੋਂ ਜਾਓ ਨਾ, ਕਿਹੜੇ ਕਿਸਾਨ ਕ੍ਰੈਡਿਟ ਕਾਰਡ ਬਣਿਆ ਆ, ਉਹ ਇਸੇ ਕਰਕੇ ਬਣਿਆ ਆ। ਤੁਸੀਂ ਜਦੋਂ ਕ੍ਰੈਡਿਟ ਕਾਰਡ ਬਣਾਓਗੇ, ਤੁਸੀਂ ਲੋਨ ਲੈਣ ਜਾਓਗੇ, ਜੇ ਸਮੱਸਿਆ ਆਊਗੀ ਤਾਂ ਮੈਨੂੰ ਦੱਸ ਦਿਓ, ਮਾਸਟਰ ਮੋਹਨ ਲਾਲ ਜੀ ਨੂੰ ਅਸੀਂ ਬੈਠੇ ਤੁਹਾਡੀ ਸਮੱਸਿਆ ਦਾ ਸਮਾਧਾਨ ਕਰਨ ਲਈ। ਬਹੁਤ ਬਹੁਤ ਧੰਨਵਾਦ। ਦੇਖੋ ਇਹ ਇੰਪਲੀਮੈਂਟ ਜਿਹੜੇ ਬਹੁਤ ਸਾਰੇ ਤਰੀਕੇ ਨੇ, ਉਹ ਅਲੱਗ-ਅਲੱਗ ਖੇਤਰ ਦੇ ਵਿੱਚ ਨੇ।
20 ਲੱਖ ਇੰਡਸਟਰੀ ਵਾਸਤੇ ਵੀ ਹੈ, ਕਿਸਾਨਾਂ ਵਾਸਤੇ ਵੀ ਹੈ। 1 ਲੱਖ ਕਰੋੜ ਤੋਂ ਵੱਧ ਜਿਹੜਾ ਆ, 1.25 ਲੱਖ ਕਰੋੜ ਕਰੀਬ ਉਹ ਕਿਸਾਨਾਂ ਦੇ ਲਈ ਵੀ ਹੈ। ਕਿਸਾਨਾਂ ਦੀ ਨਿਧੀ 2000 ਰੁਪਏ ਜਿਹੜਾ 3 ਮਹੀਨੇ ਬਾਅਦ ਪੈਂਦਾ ਉਹ ਆਲਰੇਡੀ ਉਹਨਾਂ ਦੇ ਖਾਤੇ 'ਚ ਜਾ ਰਿਹਾ। ਸੋ ਇਹ ਬਹੁਤ ਸਾਰੀਆਂ ਜਿਹੜੀਆਂ ਉਹਨਾਂ ਨੂੰ ਵੀਜ਼ਾ ਦੇ ਵਿੱਚ ਰਾਹਤ ਦੇਣ ਲਈ, ਉਹਨਾਂ ਦੇ ਜਿਹੜੇ ਆ ਬਾਕੀ ਸੁਵਿਧਾਵਾਂ ਦੇ ਲਈ, ਉਹਨਾਂ ਦੇ ਲਈ ਔਜ਼ਾਰ ਬੈਂਕ ਬਣਾਉਣ ਦੇ ਲਈ, ਇਹ ਸਾਰੇ ਜਿਹੜੇ ਤੁਸੀਂ ਕੋਆਪਰੇਟਿਵ ਬੈਂਕ ਬਣਾਓ। ਅੱਜ ਤੁਸੀਂ ਕਹਿੰਦੇ ਕਿ ਛੋਟਾ ਕਿਸਾਨ ਕਰਜ਼ਾ ਨਹੀਂ ਲੈ ਸਕਦਾ, ਛੋਟਾ ਕਿਸਾਨ ਮਸ਼ੀਨਾਂ ਕਿੱਥੋਂ ਖਰੀਦੇ? ਤੁਸੀਂ ਕੋਆਪਰੇਟਿਵ 10 ਕਿਸਾਨ ਇਕੱਠੇ ਹੋ ਕੇ ਮਸ਼ੀਨ ਖਰੀਦਣ ਦੇ ਲਈ 60 ਲੱਖ ਰੁਪਏ ਤੱਕ ਕਰਜ਼ਾ ਲੈ ਸਕਦੇ ਹੋ। 24 ਲੱਖ ਰੁਪਏ ਉਹਦੇ 'ਚ 40% ਜਿਹੜਾ ਆ ਉਹ ਸਰਕਾਰ ਦੇਗੀ। ਜੇ ਤੁਸੀਂ ਕੋਆਪਰੇਟਿਵ ਬਣਾਉਣਾ ਹੈ 10 ਲੱਖ ਰੁਪਏ ਤੱਕ ਛੋਟਾ ਲੈਣਾ ਹੈ, 10 ਲੱਖ ਰੁਪਏ ਤੱਕ ਤੁਸੀਂ ਸੁਸਾਇਟੀ ਬਣਾ ਸਕਦੇ ਹੋ। ਸੋ ਬਹੁਤ ਸਾਰੀਆਂ ਸੁਵਿਧਾਵਾਂ, ਬਹੁਤ ਸਾਰੇ ਹੈ ਆਮ। ਅਗਰ ਤੁਸੀਂ ਨੈੱਟ ਦੇ ਉੱਤੇ ਜਾ ਕੇ ਇਹ ਸਾਰੇ ਚੈੱਕ ਕਰੋਗੇ ਤੁਹਾਨੂੰ ਮਿਲਣਗੇ। ਪਠਾਨਕੋਟ ਤੋਂ ਧਰਮਿੰਦਰ ਠਾਕੁਰ ਦੀ ਰਿਪੋਰਟ, ਟਰੂ ਸਕੂਪ।